अस्सलाम वालेकुम। गल हो रही है पंजाब दी सोहनी ते प्यारी धरती दी ते बचपन दियां सोहनियां यादां दी ते उस वेले दियां सोहनियां कदरां दी रवायतां दी। अज दिल करदा है कि स्कूल दी जिंदगी जिहड़ी है वो तुहाडे नाल शेयर कीती जाए। ਸਕੂਲ ਕੀ ਸੀ ਜਿੱਥੇ ਅਸੀਂ ਪੜ੍ਹੇ। ਚਾਰ ਦੀਵਾਰੀ ਕੱਚੀ ਸੀ, ਇੱਕ ਵੱਡਾ ਕਮਰਾ ਹਾਲ ਜਿਹਨੂੰ ਕਹਿੰਦੇ ਸੀ, ਉਹ ਬਾਹਰੋਂ ਪੱਕਾ ਤੇ ਅੰਦਰੋਂ ਉਹ ਵੀ ਕੱਚਾ ਸੀ। ਇੱਕ ਛੋਟਾ ਜਿਹਾ ਸਟੋਰ ਜਿਹਦਾ ਕੋਈ ਦਰਵਾਜ਼ਾ ਨਹੀਂ ਸੀ, ਤੇ ਨਾਲ ਇੱਕ ਬਰਾਮਦਾ ਸੀ ਜਿਹੜਾ ਕੱਚਾ ਸੀ, ਮਿੱਟੀ ਦਾ ਬਣਿਆ ਹੋਇਆ, ਤੇ ਇੱਕ ਨਲਕਾ ਸੀ ਤੇ ਇੱਕ ਖਜੂਰ ਦਾ ਪੌਦਾ ਸੀ। ਉਹ ਨਲਕਾ ਜਿਹੜਾ ਸੀ ਉਹਦਾ ਪਾਣੀ ਖਾਰਾ ਸੀ ਤੇ ਮਜਬੂਰਨ ਉਹੀ ਪੀਣਾ ਪੈਂਦਾ ਸੀ ਤਾਲਬ ਇਲਮਾਂ ਨੂੰ। ਤੇ ਜਦੋਂ ਨਵੇਂ ਮੁੰਡੇ ਸਕੂਲੇ ਪੜ੍ਹਨ ਵਾਸਤੇ ਆਉਂਦੇ ਸੀ, ਆਮ ਤੌਰ 'ਤੇ ਉਸ ਜ਼ਮਾਨੇ ਦੇ ਵਿੱਚ ਘੱਟ ਹੀ ਮਾਂ-ਬਾਪ ਵੇਖੇ ਸੀ ਜਿਹੜੇ ਬੱਚਿਆਂ ਨੂੰ ਲੈ ਕੇ ਉਂਗਲੀ ਫੜ ਕੇ ਤੇ ਸਕੂਲੇ ਦਾਖਲ ਕਰਾਉਣ ਆਉਣ। ਅਕਸਰ ਮਾਸਟਰ ਸਾਹਿਬ ਦੀ ਨਜ਼ਰ ਦੇ ਵਿੱਚ ਹੁੰਦੇ ਸੀ ਪਿੰਡ ਦੇ ਮੁੰਡੇ ਤੇ ਬੱਚੇ। ਛੋਟਾ ਪਿੰਡ ਸੀ ਤੇ ਮਾਸਟਰ ਸਾਹਿਬ ਨੇ ਵੱਡੇ ਵੱਡੇ ਕੱਦ ਦੇ ਮੁੰਡਿਆਂ ਨੂੰ ਭੇਜਣਾ ਤੇ ਉਹ ਉਹਨਾਂ ਨੂੰ ਚੁੱਕ ਕੇ ਤੇ ਸਕੂਲੇ ਲੈ ਆਉਂਦੇ ਸੀ, ਔਰ ਉਹਦੇ ਤੋਂ ਬਾਅਦ ਫਿਰ ਉਹਨਾਂ ਨੂੰ ਸਕੂਲੇ ਦਾਖਲ ਕਰ ਲੈਂਦੇ ਸੀ। ਕੁਝ ਉਹਨਾਂ ਦੇ ਵਿੱਚੋਂ ਬਾਕਾਇਦਗੀ ਦੇ ਨਾਲ ਤਾਲਬ ਇਲਮ ਬਣ ਜਾਂਦੇ ਸੀ ਤੇ ਕੁਝ ਜਿਹੜੇ ਸੀ ਉਂਝ ਹੀ ਸਕੂਲ ਛੱਡ ਕੇ ਨੱਸ ਜਾਂਦੇ ਸੀ। ਇਸ ਤਰ੍ਹਾਂ ਦਾ ਕੁਝ ਸਿਲਸਿਲਾ ਸੀ। ਤੇ ਸਕੂਲ ਦੇ ਵਿੱਚ ਇੱਕ ਘੜੀ ਸੀ, ਘੜੀ ਤੋਂ ਮੁਰਾਦ ਟਾਈਮ ਪੀਸ, ਜਿਹੜਾ ਦੀਵਾਰ ਦੇ ਨਾਲ ਲੱਗਾ ਹੁੰਦਾ ਸੀ, ਤੇ ਉਹਦੇ ਨਾਲ ਹੀ ਸਾਰੇ ਪਿੰਡ ਦੇ ਕਿਸਾਨ ਜਿਹੜੇ ਸੀ ਉਹ ਪਾਣੀ ਲਗਾਉਂਦੇ ਸੀ। ਛੋਟੇ ਛੋਟੇ 2-2 4-4 ਪੈਲੀਆਂ ਵਾਲੇ ਕਿਸਾਨ ਸੀ ਤੇ ਉਹਨਾਂ ਦੇ ਵਾਸਤੇ ਨਹਿਰੀ ਪਾਣੀ ਦੀ ਬੜੀ ਅਹਿਮੀਅਤ ਸੀ। ਤੇ ਉਹ ਉਹਦੇ ਤੋਂ ਵੇਖ ਕੇ ਤੇ ਆਪਣੀ ਆਪਣੀ ਵਾਰੀ ਜਿਹੜੀ ਸੀ ਉਹ ਤਬਦੀਲ ਕਰਦੇ ਸੀ ਪਾਣੀ ਦੀ। ਤੇ ਦੁਪਹਿਰ ਦੇ ਟਾਈਮ 'ਤੇ ਜਦੋਂ ਅੱਧੀ ਛੁੱਟੀ ਹੋਣੀ ਤੇ ਮਾਸਟਰ ਸਾਹਿਬ ਨੇ ਘਰ ਜਾਣਾ, ਖਾਣਾ ਖਾ ਕੇ ਦੁਪਹਿਰ ਦਾ ਆਉਣਾ, ਤੇ ਉਹ ਖਾਣੇ ਦੀ ਕੁਛ ਗਨੂਦਗੀ ਜੀ ਹੋ ਜਾਣੀ ਤੇ ਮਾਸਟਰ ਸਾਹਿਬ ਦੀ ਅੱਖ ਲੱਗ ਜਾਣੀ ਤੇ ਮੁੰਡਿਆਂ ਨੇ ਇੱਕ ਜਣੇ ਨੇ ਘੋੜੀ ਬਣਨਾ ਤੇ ਦੂਜੇ ਨੇ ਉਹਦੀ ਕਮਰ 'ਤੇ ਖਲੋ ਕੇ ਉਹ ਘੜੀ ਲਾਉਣੀ, ਲਾ ਕੇ ਤੇ 1 ਘੰਟਾ ਘੜੀ ਅੱਗੇ ਕਰ ਦੇਣੀ। ਕਦੀ ਇਸ ਤੋਂ ਜ਼ਿਆਦਾ ਵੀ ਕਰ ਦੇਣੀ ਤੇ ਕਦੀ ਇਸ ਤੋਂ ਥੋੜ੍ਹੀ ਵੀ ਕਰ ਦੇਣੀ। ਮਾਸਟਰ ਸਾਹਿਬ ਨੇ ਇਹ ਆਮ ਤੌਰ 'ਤੇ ਉਦੋਂ ਕਰਦੇ ਸੀ ਮੁੰਡੇ ਜਦੋਂ 1-1.5 ਘੰਟਾ ਛੁੱਟੀ ਹੋਣ 'ਚ ਰਹਿ ਜਾਂਦਾ ਸੀ। ਮਾਸਟਰ ਸਾਹਿਬ ਦੀ ਅੱਖ ਖੋਲ੍ਹਣੀ ਤੇ ਮੁੰਡਿਆਂ ਨੇ ਘੜੀ ਦੀ ਤਰਫ ਮਾਸਟਰ ਸਾਹਿਬ ਦੀ ਤਵੱਜੋ ਦਿਲਾਉਣੀ ਤੇ ਕਹਿਣਾ ਕਿ ਮਾਸਟਰ ਜੀ ਛੁੱਟੀ ਦਾ ਟਾਈਮ ਹੋ ਗਿਆ, ਤੇ ਮਾਸਟਰ ਸਾਹਿਬ ਨੇ ਛੁੱਟੀ ਦੇ ਦੇਣੀ। ਉਹ ਜਿਨ੍ਹਾਂ ਲੋਕਾਂ ਨੇ ਪਾਣੀ ਲਾਉਣਾ ਹੁੰਦਾ ਸੀ ਉਹ ਇੱਕ ਨੇ ਕਹਿਣਾ, ਉਹ ਮੈਂ ਤਾਂ ਅਜੇ ਹੁਣ ਪਾਣੀ ਲਾਇਆ ਜਾ ਕੇ, ਜੇ ਖੇਤਾਂ ਤੱਕ ਮੇਰੇ ਪਾਣੀ ਦਾ ਨਿਕਾਲ ਵੀ ਨਹੀਂ ਪਹੁੰਚਿਆ, ਯਾਨੀ ਪਾਣੀ ਨਹੀਂ ਪਹੁੰਚਿਆ ਤੇ ਮੇਰੀ ਵਾਰੀ ਮੁੱਕ ਵੀ ਗਈ। ਕਈ ਵਾਰੀ ਉਹਨਾਂ ਨੇ ਇੱਕ ਦੂਜੇ ਦੇ ਨਾਲ ਲੜਦਿਆਂ ਹੋਇਆਂ ਸਕੂਲੇ ਵੀ ਆ ਜਾਣਾ ਤੇ ਮਾਸਟਰ ਸਾਹਿਬ ਦੇ ਘਰ ਤੱਕ ਪਹੁੰਚ ਜਾਣਾ। ਹੁਣ ਮਾਸਟਰ ਸਾਹਿਬ ਦੇ ਕੋਲ ਇਸ ਗੱਲ ਦਾ ਕੋਈ ਇਲਾਜ ਨਹੀਂ ਸੀ, ਹੋਰ ਕੋਈ ਘੜੀ ਹੈ ਨਹੀਂ ਸੀ ਜਿਹਦੇ ਨਾਲ ਕੁਛ ਬੰਦੋਬਸਤ ਹੋ ਸਕਦਾ। ਇਹ ਸਿਲਸਿਲਾ ਜਿਹੜਾ ਸੀ ਇਸ ਤਰੀਕੇ ਦੇ ਨਾਲ ਛੁੱਟੀ ਕਰਦੇ ਸੀ। ਕਦੀ ਕਦੀ ਮੁੰਡਿਆਂ ਨੇ ਰਾਤ ਨੂੰ ਜਾ ਕੇ ਤੇ ਸਕੂਲ ਦੀ ਕੰਧ ਆਪੇ ਢਾਹ ਦੇਣੀ, ਜਿਹੜੇ ਨਲਾਇਕ ਮੁੰਡੇ ਸੀ, ਤੇ ਦਿਨੇ ਕਹਿਣਾ ਮਾਸਟਰ ਜੀ ਸਕੂਲ ਦੀ ਕੰਧ ਢਹਿ ਗਈ ਹੈ ਤੇ ਇਹਦਾ ਹੁਣ ਬਣਾਉਣ ਦਾ ਕੁਝ ਕਰੀਏ। ਤੇ ਮਾਸਟਰ ਸਾਹਿਬ ਨੇ ਮੁੰਡਿਆਂ ਦੀ ਡਿਊਟੀ ਲਗਾ ਦੇਣੀ ਜਿਹੜੇ ਨਲਾਇਕ ਹੁੰਦੇ ਸੀ ਕਿ ਚਲੋ ਤੁਸੀਂ ਅੱਜ ਸਾਰੀ ਦਿਹਾੜੀ ਕੰਧ ਬਣਾਓ। ਇਸ ਤਰ੍ਹਾਂ ਦੀਆਂ ਸ਼ਰਾਰਤਾਂ ਛੋਟੀਆਂ ਛੋਟੀਆਂ ਜਿਹੜੀਆਂ ਹੁੰਦੀਆਂ ਸੀ। ਮਾਸਟਰ ਸਾਹਿਬ ਜਿਹੜੇ ਸੀ ਉਹ ਫਰਿਸ਼ਤਾ ਖਸਲਤ ਇਨਸਾਨ ਸੀ, ਉਹਨਾਂ ਨੂੰ ਜਨੂਨ ਦੀ ਹੱਦ ਤੱਕ ਸ਼ੌਕ ਸੀ ਬੱਚਿਆਂ ਨੂੰ ਪੜ੍ਹਾਉਣ ਦਾ, ਤੇ ਜਿੰਨਾ ਚਿਰ ਉਹਨਾਂ ਦੀ ਜ਼ਿੰਦਗੀ ਰਹੀ ਕੋਈ ਇੱਕ ਵੀ ਲੜਕਾ ਪੰਜਵੀਂ ਦੇ ਇਮਤਿਹਾਨ ਦੇ ਵਿੱਚ ਫੇਲ ਨਹੀਂ ਹੋਇਆ। ਉਹ ਸਕੂਲ ਹੀ ਚੂੰਕਿ 5ਵੀਂ ਤੱਕ ਸੀ, ਚੌਥੀ ਤੇ 5ਵੀਂ ਨੂੰ ਮਾਸਟਰ ਸਾਹਿਬ ਪੜ੍ਹਾਉਂਦੇ ਸੀ ਤੇ ਆਪਣਾ ਪਹਿਲੀ ਦੂਜੀ ਤੀਜੀ ਜਿਹੜੀ ਸੀ ਉਹਨੂੰ ਦੂਸਰੇ ਮਾਸਟਰ ਸਾਹਿਬ ਜਿਹੜੇ ਸੀ ਉਹ ਪੜ੍ਹਾਉਂਦੇ ਸੀ। ਇਸ ਤਰ੍ਹਾਂ ਦਾ ਸਕੂਲ ਦਾ ਨਕਸ਼ਾ ਸੀ। ਸਕੂਲ ਦੇ ਲਾਗੇ ਇੱਕ ਜੋੜ ਸੀ ਜਿਹਨੂੰ ਪੰਜਾਬੀ ਦੇ ਵਿੱਚ ਛੱਪੜ ਵੀ ਕਹਿੰਦੇ ਨੇ। ਉੱਥੋਂ ਅੱਧੀ ਛੁੱਟੀ ਵੇਲੇ ਤਖਤੀਆਂ ਧੋ ਲੈਣੀਆਂ ਤੇ ਉੱਤੇ ਗਾਛੀ ਮਲ ਕੇ ਤੇ ਜ਼ੋਰ ਨਾਲ ਹਿਲਾ ਹਿਲਾ ਕੇ ਤੇ ਉਹਨਾਂ ਨੂੰ ਸੁਕਾ ਲੈਣਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਮੈਂ ਵੀ ਆਪਣੇ
ਹਾਣੀਆਂ ਦੇ ਨਾਲ ਗਲੀ ਦੇ ਵਿੱਚ ਖੇਡ ਰਿਹਾ ਸੀ ਤੇ ਘਰ ਵਾਲੇ ਚੰਦ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਹੁਣ ਸਕੂਲੇ ਜਾਣਾ ਚਾਹੀਦਾ ਇਹਨਾਂ ਨੂੰ। ਤੇ ਉਹ ਨੌਜਵਾਨ ਨਾਲ ਲੜਕੇ ਆਏ, ਨੌਜਵਾਨ ਹੀ ਕਿਹਾ ਜਾ ਸਕਦਾ, ਉਹਨਾਂ ਦੇ ਕੱਦ ਤੇ ਬੜੇ ਬੜੇ ਵੱਡੇ ਸੀ। ਉਹਨਾਂ ਨੇ ਇਸ ਤਰ੍ਹਾਂ ਜਿਵੇਂ ਕੋਈ ਚੀਲ ਜਿਹੜੀ ਉਹ ਚੂਜ਼ੇ ਨੂੰ ਚੁੱਕਦੀ ਏ, ਇਸ ਤਰ੍ਹਾਂ ਸਾਨੂੰ ਦੋ ਜਣਿਆਂ ਨੂੰ ਚੁੱਕਿਆ ਤੇ ਸਾਡੇ ਪੈਰ ਉਦੋਂ ਲੱਗੇ ਜਦੋਂ ਸਕੂਲ ਦੇ ਵੱਡੇ ਮਾਸਟਰ ਸਾਹਿਬ ਦੇ ਅੱਗੇ ਸਾਨੂੰ ਜਾ ਕੇ ਤੇ ਖੜਾ ਕਰ ਦਿੱਤਾ। ਮਾਸਟਰ ਸਾਹਿਬ ਨੇ ਸਿਰ ਤੋਂ ਪੈਰਾਂ ਤੱਕ ਦੇਖਿਆ ਤੇ ਕਹਿਣ ਲੱਗੇ, ਵੇਖੋ ਸ਼ਰਮ ਨਹੀਂ ਆਉਂਦੀ, ਏਡੇ ਏਡੇ ਵੱਡੇ ਹੋ ਗਏ, ਅਜੇ ਤੱਕ ਸਕੂਲ ਨਹੀਂ ਆਉਣਾ ਸ਼ੁਰੂ ਕੀਤਾ। ਵਾਲਿਦ ਸਾਹਿਬ ਨੂੰ ਬੁਲਾਇਆ ਤੇ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਸਕੂਲੇ ਦਾਖਲ ਹੀ ਸਮਝੋ। ਇਸ ਤਰੀਕੇ ਦੇ ਨਾਲ ਉਹ ਸਿਲਸਿਲਾ ਸ਼ੁਰੂ ਹੋਇਆ। ਤੇ ਜਿੱਥੇ ਬਾਕੀ ਏਡੀਆਂ ਅੱਛੀਆਂ ਅੱਛੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਚੱਲਦੀਆਂ ਨੇ, ਮਾਂ ਬਾਪ ਦਾ ਮਿੱਠਾ ਤੇ ਸੋਹਣਾ ਪਿਆਰ ਜਿਹੜਾ ਹੈ ਉਹ ਤੇ ਕਦਮ ਕਦਮ ਦੇ ਉੱਤੇ ਬੰਦੇ ਨੂੰ ਯਾਦ ਆਉਂਦਾ ਹੈ। ਅਕਸਰ ਵਾਲਿਦ ਸਾਹਿਬ ਜਿਹੜੇ ਸੀ ਉਹ ਆ ਕੇ ਤੇ ਸਕੂਲੋਂ ਸਾਨੂੰ ਲੈ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਪਿਆਰ ਵੀ ਕਰਨਾ ਤੇ ਕਦੀ ਕਦੀ ਮੋਢਿਆਂ 'ਤੇ ਵੀ ਚੁੱਕ ਲੈਣਾ। ਤੇ ਉਹ ਗੱਲਾਂ, ਇਹ ਵਾਕਿਆ ਮੇਰੇ ਨਾਲ ਹੀ ਨਹੀਂ, ਅਕਸਰ ਦੋਸਤਾਂ ਦੇ ਨਾਲ ਵੀ ਹੋਇਆ ਹੋਏਗਾ। ਤੇ ਉਹ ਜਦੋਂ ਉਹ ਗੱਲਾਂ ਤੇ ਉਹ ਵਾਕਿਆਤ ਯਾਦ ਆਉਂਦੇ ਨੇ ਤੇ ਇੱਕ ਹੂਕ ਜਿਹੀ ਉੱਠਦੀ ਹੈ ਤੇ ਦਿਲ ਕਰਦਾ ਹੈ ਕਿ ਕਾਸ਼ ਉਹ ਵਕਤ ਜਿਹੜਾ ਫੇਰ ਆ ਜਾਵੇ। ਵੇਲੇ ਨੂੰ ਮੈਂ ਹਾੜੇ ਪਾਏ ਬਾਬਲ ਮੋੜ ਲਿਆਏ, ਵੇਲੇ ਨੂੰ ਮੈਂ ਹਾੜੇ ਪਾਏ ਬਾਬਲ ਮੋੜ ਲਿਆਏ, ਝਿੜਕਾਂ ਦਬਕੇ ਮਾਰੇ ਸਾਨੂੰ ਨਾਲੇ ਪਿਆਰ ਜਤਾਏ, ਉਹਦੀ ਉਂਗਲੀ ਫੜ ਕੇ ਫਿਰ ਮੈਂ ਰੋਜ਼ ਸਕੂਲੇ ਜਾਵਾਂ, ਜੀ ਆਇਆਂ ਨੂੰ ਆਖਣ ਰਾਵਾਂ ਖੁੱਲੀਆਂ ਰੱਖਣ ਬਾਹਾਂ, ਮੋਢਿਆਂ ਉੱਤੇ ਚੁੱਕ ਕੇ ਸਾਨੂੰ ਘਰ ਨੂੰ ਲੈ ਕੇ ਆਏ, ਪੋ ਮਾਘ ਦੀਆਂ ਠੰਡਾਂ ਵੇਲੇ ਬੁੱਕਲ ਵਿੱਚ ਲੁਕਾਵੇ, ਮੇਰਾ ਠਰਦਾ ਪਿੰਡਾ ਉਹਦੇ ਤੱਤੇ ਪਿਆਰ ਨੂੰ ਪਾਵੇ, ਜੇਠ ਹਾੜ ਦੀਆਂ ਲੋਆਂ ਕੋਲੋਂ ਸਾਨੂੰ ਆਪ ਬਚਾਏ, ਖੇਡਣ ਜਾਂਦਿਆਂ ਹੋਇਆਂ ਸਾਨੂੰ ਚੜ੍ਹ ਕੋਠੇ ਤੇ ਵੇਖੇ, ਬਚਪਨ ਵਾਲੀ ਮਸਤੀ ਹੋਵੇ ਜਿਸ ਦੇ ਲੱਖੀਂ ਲੇਖੇ, ਦੌੜ ਕੇ ਆਉਂਦਿਆਂ ਹੋਇਆਂ ਸਾਨੂੰ ਚੁੱਕ ਸੀਨੇ ਨਾਲ ਲਾਏ, ਵੇਲੇ ਨੂੰ ਮੈਂ ਹਾੜੇ ਪਾਏ ਬਾਬਲ ਮੋੜ ਲਿਆਏ, ਨਹਿਰੇ ਨਹਾਵਣ ਜਾਵਾਂ ਜੁੱਤੀ ਲਾ ਕੇ ਕੱਛਾ ਪਾ ਕੇ, ਮੇਰੇ ਨੰਗੇ ਪੈਰੀਂ ਸੂਲਾਂ ਚੁੱਭ ਜਾਵਣ ਫਿਰ ਆ ਕੇ, ਮਿੱਠੀ ਡਾਂਟ ਪਲਾਵੇ ਨਾਲੇ ਸੂਲਾਂ ਕੱਢਦਾ ਜਾਵੇ, ਮੇਰੇ ਯਾਰਾਂ ਬੇਲੀਆਂ ਦਾ ਜੇ ਮਿਲ ਜਾਏ ਪਿਆਰ ਪੁਰਾਣਾ, ਗਲੀ ਦੇ ਬਾਲਾਂ ਦੇ ਨਾਲ ਰਲ ਕੇ ਭੁੱਲ ਜਾਵਾਂ ਘਰ ਆਣਾ, ਅੱਖਾਂ ਦੇ ਵਿੱਚ ਹੰਝੂ ਲੈ ਕੇ ਸਾਨੂੰ ਲੱਭਣ ਆਏ, ਚਾਨਣੀਆਂ ਰਾਤਾਂ ਵਿੱਚ ਮੈਂ ਵੀ ਉਹਦੇ ਪੈਰ ਦਬਾਵਾਂ, ਨਿੱਕੇ ਨਿੱਕੇ ਹੱਥਾਂ ਦੇ ਨਾਲ ਮਾਲਿਸ਼ ਕਰਦਾ ਜਾਵਾਂ, ਧਰਤੀ ਮਾਂ ਦੇ ਸ਼ੇਰਾਂ ਦੀ ਉਹ ਸਾਨੂੰ ਬਾਤ ਸੁਣਾਏ, ਵਿਛੜ ਕੇ ਮੈਂ ਉਹਦੇ ਕੋਲੋਂ ਭੁੱਲਿਆ ਫਿਰਦਾ ਰਾਵਾਂ, ਚੰਨ ਬਾਬਲ ਨਾ ਨਜ਼ਰੀ ਆਵੇ ਨਾ ਉਹ ਠੰਡੀਆਂ ਛਾਵਾਂ, ਜੀ ਕਰਦਾ ਏ ਉਹ ਆ ਕੇ ਸਾਨੂੰ ਰਾਹੇ ਪਾਏ, ਵੇਲਾ ਕਹਿੰਦਾ ਯਾਦਾਂ ਦੇ ਪਿੰਡ ਤੂੰ ਵੀ ਸਿੱਖ ਲੈ ਰਹਿਣਾ, ਵੇਲਾ ਕਹਿੰਦਾ ਯਾਦਾਂ ਦੇ ਪਿੰਡ ਤੂੰ ਵੀ ਸਿੱਖ ਲੈ ਰਹਿਣਾ, ਸੋਹਣੀਆਂ ਯਾਦਾਂ ਕੁੱਲ ਸਰਮਾਇਆ ਇਹੋ ਤੇਰਾ ਗਹਿਣਾ, ਇਸ ਦੁਨੀਆ ਦੀ ਰੀਤ ਬਸ਼ਾਰਤ ਜਾ ਕੇ ਕੋਈ ਨਾ ਆਏ, ਵੇਲੇ ਨੂੰ ਮੈਂ ਹਾੜੇ ਪਾਏ ਬਾਬਲ ਮੋੜ ਲਿਆਏ, ਤੇ ਝਿੜਕਾਂ ਦਬਕੇ ਮਾਰੇ ਸਾਨੂੰ ਨਾਲੇ ਪਿਆਰ ਜਤਾਏ। ਇਹ ਸਨ ਕੁਝ ਬਚਪਨ ਦੀਆਂ ਯਾਦਾਂ। ਇਨਸ਼ਾ ਅੱਲਾ ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਵੇਗੀ। ਅੱਲਾ ਹਾਫਿਜ਼, ਅੱਲਾ ਹਾਫਿਜ਼।